ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕਰੋਨਾ ਵਾਇਰਸ ਦੇ ਕਿੰਨੇ ਹੋ ਚੁੱਕੇ ਨੇ ਹੁਣ ਤੱਕ ਰੋਗੀ ਤੇ ਕਿੰਨੇ ਹੋ ਚੁੱਕੇ ਨੇ ਠੀਕ ਤੇ ਕਿੰਨੀਆਂ ਹੋਈਆਂ ਨੇ ਮੌਤਾਂ। ਕੈਨੇਡਾ ਸਰਕਾਰ ਨੇ ਇੱਕ ਚਾਈਨੀਜ਼ ਕੰਪਨੀ ਕੈਂਸਿਨੋ ਬਾਇਓਲੋਜਿਕਸ ਦੇ ਨਾਲ ਮਿਲ ਕੇ ਕੋਵਿਡ-19 ਤੋਂ ਬਚਣ ਲਈ ਟੀਕਾ ਬਣਾਉਣ ਤੇ ਕੰਮ ਕਰਨ ਦੀ ਦਿੱਤੀ ਜਾਣਕਾਰੀ। ਇਸ ਸੰਬੰਧੀ ਬਣਾਏ ਟੀਕੇ ਨੂੰ ਪਹਿਲਾਂ ਹੀ ਕੰਪਨੀ ਕਈ ਮਨੁੱਖਾਂ ਤੇ ਟੈਸਟ ਕਰਨ ਦੇ ਵਿੱਚ ਲੱਗੀ ਹੋਈ ਹੈ। ਯੋਗਤਾ ਨਾ ਰੱਖਣ ਵਾਲੇ ਵੀ ਲੈ ਰਹੇ ਨੇ ਸਰਕਾਰ ਤੋਂ ਮਦਦ ਲਈ ਪੈਸੇ। ਦੱਸਾਂਗੇ ਇਸ ਸਵਾਲ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਦਿੱਤਾ ਜਵਾਬ। ਜਿਨ੍ਹਾਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਮਿਲ ਗਈ ਹੈ $2000 ਦੀ ਮਦਦ ਪਰ ਉਹ ਵਾਪਸ ਮੋੜਨਾ ਚਾਹੁੰਦੇ ਨੇ ਤਾਂ MyCRA ਅਕਾਊਂਟ ਤੇ ਆਨਲਾਈਨ ਨਵੇਂ ਪੋਰਟਲ ਦੇ ਰਾਹੀਂ ਮੋੜ ਸਕਦੇ ਹੋ ਪੈਸੇ। ਬਾਹਰੋਂ ਆਏ ਕਈ ਕਾਮਿਆਂ ਨੂੰ ਅਜੇ ਨਹੀਂ ਮਿਲਿਆ ਕੈਨੇਡਾ ਵਿੱਚ ਕੰਮ ਕਰਨ ਦੇ ਵਾਸਤੇ SIN ਨੰਬਰ ਤਾਂ ਆਨਲਾਈਨ ਵੀ ਤੁਸੀਂ ਕਰ ਸਕਦੇ ਹੋ ਅਪਲਾਈ। ਖਬਰਾਂ 'ਚ ਦੱਸਾਂਗੇ ਕਿਵੇਂ ਤੇ ਕਿੱਥੇ ਕਰ ਸਕਦੇ ਹੋ ਅਪਲਾਈ। ਬੈਂਕ ਆਫ ਕੈਨੇਡਾ ਨੇ ਦਿੱਤੀ ਜਾਣਕਾਰੀ ਕਿਵੇਂ ਧੋ ਸਕਦੇ ਹੋ ਕੈਸ਼ ਤੇ ਨਾਲ ਹੀ ਕੈਮੀਕਲ ਵਾਲੇ ਪ੍ਰੋਡਕਟਸ ਦੇ ਨਾਲ ਕੈਸ਼ ਨੂੰ ਧੋਣ ਤੋਂ ਰੋਕਣ ਲਈ ਕਿਹਾ। ਫੈਡਰਲ ਜੇਲ੍ਹਾਂ ਵਿੱਚ 200 ਦੇ ਕਰੀਬ ਕੈਦੀਆਂ ਨੂੰ ਹੋਇਆ ਕਰੋਨਾ ਵਾਇਰਸ। ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਚੁਣੌਤੀ। ਕਿਊਬੈਕ ਵਿੱਚ ਇੱਕ ਸਕੂਲ 'ਚ ਬੱਚੇ ਦੇ ਰਿਸ਼ਤੇਦਾਰ ਨੂੰ ਸੀ ਕਰੋਨਾ ਵਾਇਰਸ। ਤੁਰੰਤ ਬੱਚੇ ਨੂੰ ਲਿਜਾਇਆ ਗਿਆ ਸਕੂਲ ਤੋਂ ਬਾਹਰ। ਦੱਸਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਦਦ ਦੇ ਵਾਸਤੇ ਅੱਜ ਕਿਹੜੇ ਕੀਤੇ ਨੇ ਐਲਾਨ ਤੇ ਨਾਲ ਹੀ MP ਰਣਦੀਪ ਸਰਾਏ ਨੇ TV ਪੰਜਾਬ ਦੇ ਉੱਤੇ ਕਿਹੜੀਆਂ ਮੁੱਖ ਗੱਲਾਂ ਦੱਸੀਆਂ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਭਰ ਤੋਂ ਅੰਕੜਿਆਂ ਦੇ ਨਾਲ। ਤੁਹਾਨੂੰ ਦਿਖਾਉਂਦੇ ਹਾਂ ਕਿ ਕੁੱਲ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਤੱਕ ਕੋਵਿਡ-19 ਦੇ ਤੇ ਹਰ ਸੂਬੇ ਵਿੱਚੋਂ ਕੀ ਹਾਲਾਤ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 71146 ਵਿਅਕਤੀਆਂ ਦੀ ਗਿਣਤੀ ਹੋ ਚੁੱਕੀ ਹੈ ਜੋ ਕਿ ਕੋਵਿਡ-19 ਤੋਂ ਮਰੀਜ਼ ਨੇ। ਇਸ ਦੇ ਨਾਲ ਹੀ 5169 ਮੌਤਾਂ ਹੋ ਚੁੱਕੀਆਂ ਨੇ ਤੇ 34055 ਵਿਅਕਤੀ ਹੁਣ ਤੱਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ 6345 ਮਾਮਲੇ ਸਾਹਮਣੇ ਆਏ ਨੇ, 118 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2360 ਮਾਮਲੇ ਸਾਹਮਣੇ ਆਏ ਨੇ ਤੇ 131 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 290 ਮਾਮਲੇ ਸਾਹਮਣੇ ਆਏ ਨੇ, 7 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਤੋਂ 120 ਮਾਮਲੇ ਸਾਹਮਣੇ ਆਏ ਨੇ। ਨਿਊਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ ਨੇ, 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਤੋਂ 1020 ਮਾਮਲੇ ਸਾਹਮਣੇ ਆਏ ਨੇ, 48 ਮੌਤਾਂ ਹੋਈਆਂ ਨੇ। ਓਨਟਾਰੀਓ ਤੋਂ 20907 ਮਾਮਲੇ ਸਾਹਮਣੇ ਆਏ ਨੇ, 1839 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 39225 ਮਾਮਲੇ ਸਾਹਮਣੇ ਆਏ ਨੇ, 3131 ਮੌਤਾਂ ਹੋਈਆਂ ਨੇ। ਸਸਕੈਚੁਅਨ ਤੋਂ 573 ਮਾਮਲੇ ਸਾਹਮਣੇ ਆਏ ਨੇ, 6 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਨੇ। ਨੂਨਾਵਤ ਤੋਂ 1 ਮਾਮਲਾ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਨੇ। ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19 ਦੇ ਵਾਸਤੇ ਜੋ ਟੀਕਾ ਤਿਆਰ ਕੀਤਾ ਜਾ ਰਿਹਾ ਹੈ ਵੱਖੋ ਵੱਖਰੀਆਂ ਰਿਸਰਚ ਵੀ ਉਸ ਦੇ ਉੱਤੇ ਚੱਲ ਰਹੀਆਂ ਨੇ। ਤਾਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ ਇਸ ਦੇ ਉੱਤੇ ਫੰਡਿੰਗ ਵੀ ਕੀਤੀ ਗਈ ਹੈ, ਮਦਦ ਵੀ ਕੀਤੀ ਗਈ ਹੈ ਤੇ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਦੀ ਨੈਸ਼ਨਲ ਰਿਸਰਚ ਕਾਉਂਸਲ ਇਸ ਦੇ ਸੰਬੰਧੀ ਕੈਂਸਿਨੋ ਬਾਇਓਲੋਜਿਕਸ ਕੰਪਨੀ ਹੈ ਜੋ ਚਾਈਨੀਜ਼ ਕੰਪਨੀ ਹੈ ਉਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਚਾਈਨੀਜ਼ ਕੰਪਨੀ ਟੀਕਾ ਤਿਆਰ ਕਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਹੁਣ ਤੱਕ ਜਾਣਕਾਰੀ ਦਿੱਤੀ ਗਈ ਹੈ ਕਿ ਕੋਵਿਡ-19 ਨਾਲ ਸੰਬੰਧਿਤ ਟੀਕਾ ਇਹਨਾਂ ਦੇ ਵੱਲੋਂ ਤਿਆਰ ਕਰ ਲਿਆ ਗਿਆ ਜਿਸ ਦੇ ਪਹਿਲੇ ਟਰਾਇਲ ਵੀ ਹੋ ਚੁੱਕੇ ਨੇ ਤੇ ਹੁਣ ਹੋਰ ਮਨੁੱਖਾਂ ਉੱਤੇ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ। ਇਸ ਟੀਕੇ ਨੂੰ ਹਜ਼ਾਰਾਂ ਵਲੰਟੀਅਰਸ ਦੇ ਉੱਤੇ ਟੈਸਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਕੀ ਉਹਨਾਂ ਦੇ ਉੱਤੇ ਇਸ ਦਾ ਅਸਰ ਹੁੰਦਾ ਹੈ ਤੇ ਕੀ ਪ੍ਰਭਾਵ ਇਸ 'ਤੇ ਪੈਂਦੇ ਨੇ ਤੇ ਹਰ ਪੱਖੋਂ ਦੇਖਣ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਇਸ ਟੀਕੇ ਨੂੰ ਬਾਹਰ ਮਾਰਕੀਟ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਤੇ ਇਸੇ ਸੰਬੰਧੀ ਇਸ ਸਮੇਂ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਕੈਂਸਿਨੋ ਬਾਇਓਲੋਜਿਕਸ ਕੰਪਨੀ ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਵੇਗਾ ਤੇ ਜੇਕਰ ਟੀਕਾ ਤਿਆਰ ਹੋ ਜਾਂਦਾ ਹੈ ਤੇ ਸਾਰੇ ਟੈਸਟ ਇਸ ਸੰਬੰਧੀ ਪੂਰੇ ਹੋ ਜਾਂਦੇ ਨੇ, ਪਾਸ ਵੀ ਹੋ ਜਾਂਦਾ ਹੈ ਤਾਂ ਕੈਨੇਡਾ ਭਰ ਦੇ ਵਿੱਚ ਹੀ ਨਹੀਂ ਸਗੋਂ ਕੈਨੇਡਾ ਤੋਂ ਬਾਹਰ ਵੀ ਇਸ ਟੀਕੇ ਨੂੰ ਪਹੁੰਚਾਉਣ ਦੇ ਵਾਸਤੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਕੋਵਿਡ-19 ਦੇ ਨਾਲ ਜਿੰਨੀ ਛੇਤੀ ਹੋ ਸਕਦਾ ਹੈ ਉਨੀ ਛੇਤੀ ਨਜਿੱਠਿਆ ਜਾਵੇ। ਪਰ ਇੱਥੇ
ਇੱਥੇ ਜ਼ਿਕਰਯੋਗ ਹੈ ਕਿ ਇਹ ਟਰਾਇਲ ਚੱਲ ਰਹੇ ਨੇ ਜਿਵੇਂ ਕਿ ਮਨੁੱਖਾਂ ਦੇ ਉੱਤੇ, ਤਾਂ ਵੱਖੋ ਵੱਖਰੇ ਦੇਸ਼ਾਂ ਵਿੱਚ ਕਈ ਥਾਵਾਂ ਤੋਂ ਕੁਝ ਇਸ ਤਰ੍ਹਾਂ ਦੇ ਟਰਾਇਲ ਚੱਲਣ ਦੇ ਜਾਣਕਾਰੀ ਹੈ ਜੋ ਕੰਪਨੀਆਂ ਵੱਲੋਂ ਦਿੱਤੀ ਗਈ ਹੈ। ਪਰ ਇੱਥੇ ਵੀ ਜ਼ਿਕਰਯੋਗ ਹੈ ਕਿ ਜੇਕਰ ਟਰਾਇਲ ਤੋਂ ਬਾਅਦ ਅਸਰ ਦੇਖੇ ਜਾਂਦੇ ਨੇ, ਉਹਨੂੰ ਸਮਾਂ ਲੱਗ ਜਾਂਦਾ ਹੈ, ਤਾਂ ਕੁਝ ਮਹੀਨੇ ਤਾਂ ਹੋਰ ਸਮਾਂ ਇਸ ਦੇ ਉੱਤੇ ਜ਼ਰੂਰ ਲੱਗੇਗਾ, ਜਿਸ ਤੋਂ ਬਾਅਦ ਹੀ ਕੋਈ ਨਤੀਜਾ ਨਿਕਲ ਸਕਦਾ ਹੈ ਕਿ ਟੀਕਾ ਆਵੇਗਾ ਜਾਂ ਨਹੀਂ, ਜਾਂ ਇਸ ਦੇ ਉੱਤੇ ਕੀ ਹੋਰ ਕਦਮ ਚੁੱਕੇ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਦੋਂ ਐਲਾਨ ਕੀਤੇ ਜਾਣ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਸਵਾਲ ਵੀ ਪੁੱਛਿਆ ਗਿਆ ਕਿ ਜੋ CERB ਸਰਕਾਰ ਦੇ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਲੋਕਾਂ ਨੂੰ, ਤਾਂ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੋਕ ਨੇ ਜੋ ਇਸ ਦੀ ਯੋਗਤਾ ਨਹੀਂ ਰੱਖਦੇ ਪਰ ਫਿਰ ਵੀ ਉਹ ਇਸ ਬੈਨੀਫਿਟ ਨੂੰ ਲੈ ਰਹੇ ਨੇ। ਤਾਂ ਇਸ ਦੇ ਉੱਤੇ CBC ਨੇ ਪਹਿਲਾਂ ਇੱਕ ਰਿਪੋਰਟ ਵੀ ਦਿੱਤੀ ਸੀ ਜਿਸ ਦੇ ਵਿੱਚ ਉਸ ਵਿਭਾਗ ਤੋਂ ਜਿੱਥੋਂ ਲੋਕਾਂ ਨੂੰ ਮਦਦ ਮਿਲ ਰਹੀ ਹੈ ਕਾਮਿਆਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਨੂੰ ਇੱਥੇ ਕਿਹਾ ਗਿਆ, ਹਦਾਇਤਾਂ ਮਿਲੀਆਂ ਨੇ ਸਰਕਾਰ ਵੱਲੋਂ ਕਿ ਕਿਸੇ ਨੂੰ ਵੀ ਇਨਕਾਰ ਨਾ ਕੀਤਾ ਜਾਵੇ, ਜਿਹੜੇ ਵੀ ਅਪਲਾਈ ਕਰ ਰਹੇ ਨੇ ਸਭ ਨੂੰ ਇਹ ਮਦਦ ਦੇ ਦਿੱਤੀ ਜਾਵੇ। ਪਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜੋ ਯੋਗਤਾ ਨਹੀਂ ਰੱਖਦੇ ਪਰ ਫਿਰ ਵੀ CERB ਲੈ ਰਹੇ ਨੇ। ਤਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਸਮੇਂ ਉਹਨਾਂ ਦਾ ਧਿਆਨ ਸਿਰਫ ਇਸ ਗੱਲ ਤੇ ਕੇਂਦਰਿਤ ਹੈ ਕਿ ਇਸ ਸਮੇਂ ਉਹ ਕਿਹੜੀ ਮਦਦ ਦੇ ਸਕਦੇ ਨੇ, ਤੇ ਜੇਕਰ ਫਰਾਡ ਸਰਕਾਰ ਦੇ ਨਾਲ ਕੁਝ ਵਿਅਕਤੀ ਕਰ ਰਹੇ ਨੇ ਤਾਂ ਉਹਨਾਂ ਨੂੰ ਬਾਅਦ ਵਿੱਚ ਦੇਖਿਆ ਜਾਵੇਗਾ। ਤੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ MP ਰਣਦੀਪ ਸਰਾਏ ਦੇ ਵੱਲੋਂ ਵੀ TV ਪੰਜਾਬ ਤੇ ਦੱਸਿਆ ਗਿਆ ਸੀ ਕਿ ਜਿਹੜੇ ਵੀ ਵਿਅਕਤੀ CERB ਗਲਤ ਤੌਰ ਦੇ ਉੱਤੇ ਯੋਗਤਾ ਨਾ ਰੱਖਦੇ ਹੋਏ ਗਲਤ ਜਾਣਕਾਰੀ ਭਰ ਕੇ ਲੈ ਰਹੇ ਨੇ ਤਾਂ ਬਾਅਦ ਵਿੱਚ ਉਹਨਾਂ ਦੇ ਉੱਤੇ ਸਖਤ ਕਾਰਵਾਈ ਵੀ ਹੋਵੇਗੀ। ਅੱਗੇ CERB ਦੇ ਵਾਸਤੇ ਹੀ ਜਾਣਕਾਰੀ ਹੈ ਕਿ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਕੋਲ ਗਲਤੀ ਨਾਲ 2 ਵਾਰ CERB ਦੀ ਪੇਮੈਂਟ ਆ ਗਈ, ਜਾਂ ਫਿਰ ਜਿਨ੍ਹਾਂ ਨੇ ਇੱਕ ਵਾਰ ਅਪਲਾਈ ਤਾਂ ਕਰ ਦਿੱਤਾ ਪਰ ਉਹਨਾਂ ਨੂੰ ਫਿਰ ਮਹਿਸੂਸ ਹੋਇਆ ਕਿ ਯੋਗਤਾ ਤਾਂ ਰੱਖਦੇ ਨਹੀਂ ਤੇ ਉਹ ਮੋੜਨਾ ਚਾਹੁੰਦੇ ਨੇ, ਜਾਂ ਫਿਰ ਉਹਨਾਂ ਕੋਲ ਹੈਗੇ ਵੀ ਨੇ ਕਿ CERB ਦੀ ਮਦਦ ਉਹਨਾਂ ਨੇ ਲੈ ਲਈ ਹੈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਲੋੜ ਨਹੀਂ ਹੈਗੀ ਤਾਂ ਉਹ ਪੈਸੇ ਮੋੜਨਾ ਚਾਹੁੰਦੇ ਨੇ। ਤਾਂ ਇਸ ਦੇ ਵਾਸਤੇ ਪਹਿਲਾਂ ਵੱਖੋ ਵੱਖਰੇ ਆਪਸ਼ਨਸ ਦਿੱਤੀਆਂ ਜਾ ਰਹੀਆਂ ਸੀ ਪਰ ਹੁਣ ਸੋਮਵਾਰ ਤੋਂ ਮਾਈ CRA ਅਕਾਊਂਟ ਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਤਾਂ ਇੱਕ ਪੋਰਟਲ ਸੋਮਵਾਰ ਤੋਂ ਨਵਾਂ ਖੋਲ੍ਹਿਆ ਗਿਆ ਜਿਸ ਦੇ ਉੱਤੇ ਰੀਪੇ CERB ਦੇ ਤਹਿਤ ਤੁਸੀਂ ਵਾਪਸ ਪੈਸੇ ਮੋੜ ਸਕਦੇ ਹੋ। ਤੇ ਜੇਕਰ ਤੁਹਾਨੂੰ ਇਸ ਦੇ ਬਾਰੇ ਆਨਲਾਈਨ ਲੱਭਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਿਰਫ ਰੀਪੇ CERB ਲਿਖ ਕੇ ਹੀ ਸਰਚ ਕਰਨਾ ਹੈ ਤਾਂ ਤੁਹਾਨੂੰ ਉੱਪਰ ਹੀ ਕੈਨੇਡਾ ਸਰਕਾਰ ਦੇ ਵੱਲੋਂ ਜੋ ਇਸ ਸੰਬੰਧੀ ਮਦਦ ਦਿੱਤੀ ਜਾ ਰਹੀ ਹੈ ਲਿੰਕ ਆ ਜਾਵੇਗਾ। ਜਦੋਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸਾਈਨ ਇਨ ਕਰਦੇ ਹੋ ਤਾਂ ਉੱਥੇ ਇੱਕ ਪੋਰਟਲ ਦਿੱਤਾ ਗਿਆ ਹੈ ਜਿੱਥੇ ਤੁਸੀਂ ਜੋ ਮੋੜ ਸਕਦੇ ਹੋ ਪੈਸੇ CERB ਦੇ ਜੇਕਰ ਤੁਹਾਨੂੰ ਨਹੀਂ ਚਾਹੀਦੇ, ਕਿਉਂਕਿ ਜੇਕਰ ਅਜਿਹੇ CERB ਦੇ ਪੈਸੇ ਤੁਹਾਡੇ ਵੱਲੋਂ ਲਏ ਗਏ ਨੇ ਜੋ ਤੁਸੀਂ ਯੋਗਤਾ ਤਾਂ ਰੱਖਦੇ ਨਹੀਂ ਸੀ ਪਰ ਜਾਂ ਫਿਰ ਤੁਹਾਡੇ ਕੋਲ 2 ਵਾਰ ਆ ਗਏ ਨੇ ਤਾਂ ਉਹਨਾਂ ਨੂੰ ਜੇਕਰ ਨਹੀਂ ਮੋੜਿਆ ਗਿਆ ਤਾਂ ਇਸ ਦੌਰਾਨ ਜੋ ਬਾਅਦ ਵਿੱਚ ਕਾਰਵਾਈ ਹੋਣੀ ਹੈ ਸਰਕਾਰ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਵੀ ਫਰਾਡ ਕੀਤਾ ਗਿਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਸਖਤ ਕਾਰਵਾਈ ਇਸ ਨੂੰ ਲੈ ਕੇ ਹੋਵੇਗੀ। ਹੁਣ ਅਗਲੀ ਜਾਣਕਾਰੀ ਹੈ SIN ਨੰਬਰ ਦੇ ਬਾਰੇ। ਦਰਅਸਲ ਪਹਿਲਾਂ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਜਦੋਂ ਸਰਵਿਸ ਕੈਨੇਡਾ ਦੇ ਵੱਲੋਂ ਇਸ ਦੇ ਬਾਰੇ ਐਲਾਨ ਕੀਤਾ ਗਿਆ ਸੀ। ਇਸ ਸਮੇਂ ਵੀ ਬਹੁਤ ਸਾਰੇ ਸਵਾਲ ਆ ਰਹੇ ਨੇ ਕਿ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜੋ SIN ਨੰਬਰ ਤੋਂ ਬਗੈਰ ਇਸ ਵਕਤ ਮੌਜੂਦ ਨੇ ਤੇ ਜਿਸ ਕਰਕੇ ਉਹ ਕੰਮ ਵੀ ਨਹੀਂ ਕਰ ਸਕਦੇ। ਪਰ ਜਿਸ ਦੇ ਲਈ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਤੁਸੀਂ SIN ਨੰਬਰ ਅਪਲਾਈ ਆਨਲਾਈਨ ਹੀ ਲਿਖ ਕੇ ਜਦੋਂ ਆਨਲਾਈਨ ਸਰਚ ਕਰੋਗੇ ਤਾਂ ਸਰਵਿਸ ਕੈਨੇਡਾ ਦੇ ਅਕਾਊਂਟ ਦੇ ਵਿੱਚ ਸਿੱਧਾ ਤੁਹਾਨੂੰ ਮਿਲ ਜਾਵੇਗਾ ਕਿ ਤੁਸੀਂ ਕਿਵੇਂ SIN ਨੰਬਰ ਆਨਲਾਈਨ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਿਆ ਗਿਆ ਕਿ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਐਲੀਜੀਬਲ ਹੋ। ਜੇਕਰ ਤੁਸੀਂ ਉਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਉਸ ਤੋਂ ਬਾਅਦ ਇੱਕ ਫਾਰਮ ਦੀ ਆਪਸ਼ਨ ਆਉਂਦੀ ਉਹਦੇ ਵਿੱਚ ਕਿ ਤੁਸੀਂ ਉਸ 'ਤੇ ਕਲਿੱਕ ਕਰੋ ਤੇ ਤੁਸੀਂ ਫਾਰਮ ਭਰ ਸਕਦੇ ਹੋ। ਫਾਰਮ ਖੁੱਲ੍ਹ ਜਾਵੇਗਾ ਜਿਸ ਦੇ ਵਿੱਚ ਤੁਸੀਂ ਆਨਲਾਈਨ ਅਪਲਾਈ SIN ਨੰਬਰ ਕਰ ਸਕਦੇ ਹੋ ਤੇ ਇਸ ਦੇ ਵਾਸਤੇ ਤੁਹਾਨੂੰ ਸਰਵਿਸ ਕੈਨੇਡਾ ਦੇ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਹੈ। ਤੇ ਇਸ ਦੇ ਬਾਰੇ ਜਾਣਕਾਰੀ ਸਰਵਿਸ ਕੈਨੇਡਾ ਦੇ ਵੱਲੋਂ ਹੋਰ ਜ਼ਿਆਦਾ ਵੀ ਦਿੱਤੀ ਜਾ ਰਹੀ ਹੈ ਤੇ ਤੁਸੀਂ ਜੇਕਰ ਹੋਰ ਜ਼ਿਆਦਾ ਜਾਣਕਾਰੀ ਇਸ ਦੇ ਬਾਰੇ ਲੈਣਾ ਚਾਹੁੰਦੇ ਹੋ ਤਾਂ ਸਰਵਿਸ ਕੈਨੇਡਾ ਦਾ ਉੱਥੇ ਫ਼ੋਨ ਨੰਬਰ ਆਉਂਦਾ ਹੈ, ਹੈਲਪਲਾਈਨ ਨੰਬਰ, ਤਾਂ ਉੱਥੇ ਫ਼ੋਨ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਜਿਸ ਦੇ ਵਿੱਚ ਪੂਰੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਕਿਵੇਂ ਤੁਸੀਂ ਯੋਗਤਾ ਰੱਖਦੇ ਹੋ ਤੇ SIN ਨੰਬਰ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਤਾਂ ਇਸ ਦੇ ਵਿੱਚ ਇਹ ਮਦਦ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਕਿਤੇ ਵੀ ਤੁਸੀਂ ਆਪਣੀ ਕੋਈ ਜਾਣਕਾਰੀ ਭਰਦੇ ਹੋ ਤਾਂ ਤੁਹਾਡੇ ਕੋਲ SIN ਨੰਬਰ ਜੇ ਆ ਵੀ ਜਾਂਦਾ ਤਾਂ ਆਪਣਾ SIN ਨੰਬਰ ਕਦੀ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ। ਉੱਥੇ ਤੁਹਾਨੂੰ ਸਰਵਿਸ ਕੈਨੇਡਾ ਦੇ ਵੱਲੋਂ ਦੱਸਿਆ ਜਾਂਦਾ ਕਿ ਤੁਸੀਂ ਸਿਰਫ ਕਿਹਨਾਂ ਦੇ ਨਾਲ ਸਾਂਝਾ ਕਰ ਸਕਦੇ ਹੋ। ਇਹ ਬਹੁਤ ਹੀ ਜ਼ਰੂਰੀ ਨੰਬਰ ਹੁੰਦਾ ਜੋ ਕਿ ਨਿੱਜੀ ਰੱਖਣਾ ਇਸ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਇਸ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਹੁੰਦਾ। SIN ਨੰਬਰ ਦੀ ਬਹੁਤ ਜ਼ਿਆਦਾ ਗਲਤ ਵਰਤੋਂ ਹੋ ਸਕਦੀ ਹੈ ਜਿਸ ਨੂੰ ਤੁਸੀਂ ਜਿੰਨਾ ਜ਼ਿਆਦਾ ਹੋ ਸਕਦਾ ਆਪਣੇ ਕੋਲ ਪ੍ਰਾਈਵੇਸੀ ਦੇ ਵਿੱਚ ਰੱਖੋ ਕਿ ਕਿਸੇ ਨਾਲ ਵੀ ਉਹਨੂੰ ਸਾਂਝਾ ਨਾ ਕਰੋ। ਤੇ ਇਸ ਸੰਬੰਧੀ ਸਰਵਿਸ ਕੈਨੇਡਾ ਦੇ ਵੱਲੋਂ ਖੁਦ ਵੀ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ। ਅਗਲੀ ਜਾਣਕਾਰੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਦਰਮਿਆਨ ਇਹ ਚੀਜ਼ ਹੈ ਕਿ ਜੋ ਤੁਸੀਂ ਕੈਸ਼ ਦੇ ਨਾਲ ਲੈਣ ਦੇਣ ਕਰਦੇ ਹੋ ਤਾਂ ਖਤਰਾ ਬਣਿਆ ਰਹਿੰਦਾ ਕਿ COVID-19 ਦਾ ਵਾਇਰਸ ਹੈ ਜੋ ਉਹ ਕੈਸ਼ ਦੇ ਰਾਹੀਂ
ਹੀ ਫੈਲ ਸਕਦਾ ਹੈ। ਅਜਿਹਾ ਬਿਲਕੁਲ ਹੈਗਾ ਵੀ ਹੈ ਕਿ ਕੈਸ਼ ਦੇ ਉੱਤੇ ਉਹ ਰਹਿ ਸਕਦਾ ਜਿਵੇਂ ਉਹ ਹੋਰ ਚੀਜ਼ਾਂ ਦੇ ਉੱਤੇ ਰਹਿ ਸਕਦਾ ਹੈ, ਪਰ ਇਸ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਲੋਕ ਬਲੀਚ ਜਾਂ ਕਈ ਅਜਿਹੇ ਪ੍ਰੋਡਕਟਸ ਦੇ ਨਾਲ ਕੈਸ਼ ਨੂੰ ਧੋ ਰਹੇ ਨੇ ਜਿਸ ਦੇ ਨਾਲ ਨੋਟਾਂ ਦੇ ਉੱਤੇ ਮਿਟ ਜਾਂਦੇ ਨੇ ਉਹ ਜੋ ਵੀ ਲਿਖਿਆ ਹੁੰਦਾ ਉਹਨਾਂ ਦੇ ਉੱਤੇ, ਤੇ ਅਜਿਹਾ ਨਾ ਕੀਤਾ ਜਾਵੇ। ਤੇ ਇਸੇ ਨਾਲ ਹੀ ਬੈਂਕ ਆਫ ਕੈਨੇਡਾ ਨੇ ਇਹ ਵੀ ਦੱਸਿਆ ਕਿ ਕਿਵੇਂ ਤੁਸੀਂ ਨੋਟ ਨੂੰ ਸਾਫ਼ ਕਰ ਸਕਦੇ ਹੋ। ਬੈਂਕ ਆਫ ਕੈਨੇਡਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਸਾਰੇ ਲੋਕ ਖੁਦ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਵਾਸਤੇ ਜਿਹੜੇ ਕਦਮ ਚੁੱਕ ਰਹੇ ਨੇ, ਉਹਨਾਂ ਵਿੱਚ ਜਦੋਂ ਉਹ ਕੈਸ਼ ਦਾ ਲੈਣ ਦੇਣ ਕਰਦੇ ਨੇ ਤਾਂ ਕੈਸ਼ ਨੂੰ ਉਹ ਕਿਸੇ ਅਜਿਹੇ ਕੈਮੀਕਲ ਵਾਲੇ ਪ੍ਰੋਡਕਟਸ ਨਾਲ ਧੋਂਦੇ ਨੇ ਜਿਨ੍ਹਾਂ ਦੇ ਵਿੱਚ ਬਲੀਚ ਜਾਂ ਇਥੇਨੋਲ ਹੁੰਦੀ ਹੈ, ਜਿਸ ਤੋਂ ਬਾਅਦ ਉਹ ਨੋਟ ਖਰਾਬ ਹੋ ਜਾਂਦੇ ਨੇ। ਬਲੀਚ ਜਾਂ ਇਥੇਨੋਲ ਤੇ ਅਜਿਹੇ ਹੋਰ ਤੇਜ਼ ਕੈਮੀਕਲ ਵਾਲੇ ਪ੍ਰੋਡਕਟਸ ਨਾਲ ਜੇਕਰ ਨੋਟਾਂ ਨੂੰ ਧੋਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਨੋਟਾਂ ਦੇ ਉੱਤੇ ਜੋ ਲਿਖਿਆ ਹੁੰਦਾ ਉਹ ਮਿਟ ਜਾਂਦਾ ਹੈ। ਬੈਂਕ ਆਫ ਕੈਨੇਡਾ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਤੁਸੀਂ ਆਪਣੇ ਨੋਟ ਸਾਫ਼ ਕਰਨੇ ਵੀ ਨੇ ਤਾਂ ਉਹਨਾਂ ਨੂੰ ਥੋੜ੍ਹਾ ਸਾਬਣ ਤੇ ਪਾਣੀ ਲੈ ਕੇ ਧੋਇਆ ਜਾ ਸਕਦਾ ਹੈ। ਤਾਂ ਇਸ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਨਹੀਂ ਹੈ ਕਿ ਕੋਵਿਡ-19 ਦੇ ਕੀਟਾਣੂ ਨੋਟਾਂ ਦੇ ਉੱਤੇ ਨਹੀਂ ਆ ਸਕਦੇ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਸ ਦੇ ਬਾਰੇ ਪੁਸ਼ਟੀ ਕੀਤੀ ਹੈ ਕਿ ਜਿਸ ਤਰ੍ਹਾਂ ਹੋਰ ਚੀਜ਼ਾਂ ਦੇ ਉੱਤੇ ਕੋਵਿਡ-19 ਤੇ ਹੋਰ ਵਾਇਰਸਿਸ ਦੇ ਕੀਟਾਣੂ ਮੌਜੂਦ ਰਹਿੰਦੇ ਨੇ ਤਾਂ ਉਸੇ ਤਰ੍ਹਾਂ ਨੋਟ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਉਹ ਕੀਟਾਣੂ ਮੌਜੂਦ ਰਹਿੰਦੇ ਨੇ ਤੇ ਕੁਝ ਸਮੇਂ ਬਾਅਦ ਹੀ ਖਤਮ ਹੁੰਦੇ ਨੇ, ਜਿਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਜਾਂ ਤਾਂ ਉਹਨਾਂ ਨੂੰ ਥੋੜ੍ਹਾ ਸਾਫ਼ ਕੀਤਾ ਜਾ ਸਕਦਾ ਹੈ ਜਾਂ ਫਿਰ ਜਦੋਂ ਵੀ ਕਿਸੇ ਨੇ ਕੈਸ਼ ਨੂੰ ਹੱਥ ਲਾਉਣਾ ਤਾਂ ਉਸ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਏ ਜਾਣ ਤੇ ਖੁਦ ਨੂੰ ਸੁਰੱਖਿਅਤ ਰੱਖਿਆ ਜਾਵੇ, ਪਰ ਉਹਨਾਂ ਨੂੰ ਕਿਸੇ ਤੇਜ਼ ਕੈਮੀਕਲ ਵਾਲੇ ਪ੍ਰੋਡਕਟ ਨਾਲ ਨਾ ਧੋਇਆ ਜਾਵੇ। ਜਿਵੇਂ ਕਿ ਬੈਂਕ ਆਫ ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਥੋੜ੍ਹਾ ਜਿਹਾ ਸਾਬਣ ਲੈ ਕੇ ਤੇ ਪਾਣੀ ਦੇ ਨਾਲ ਤੁਸੀਂ ਨੋਟ ਧੋ ਸਕਦੇ ਹੋ ਜੇ ਧੋਣਾ ਚਾਹੁੰਦੇ ਹੋ, ਨਹੀਂ ਤਾਂ ਤੁਸੀਂ ਜਦੋਂ ਨੋਟ ਨੂੰ ਹੱਥ ਲਾਉਂਦੇ ਹੋ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਆਪਣੇ ਚੰਗੀ ਤਰ੍ਹਾਂ ਹੱਥ ਜ਼ਰੂਰ ਧੋਵੋ। ਇਸ ਤਰ੍ਹਾਂ ਲਈ ਅਗਲੀ ਖਬਰ ਹੈ ਕਿ ਫੈਡਰਲ ਜੇਲ੍ਹਾਂ ਦੇ ਵਿੱਚ ਸੈਂਕੜੇ ਕੈਦੀਆਂ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਕੈਦੀਆਂ ਦੇ ਦਰਮਿਆਨ ਕਰੋਨਾ ਵਾਇਰਸ ਨਾ ਫੈਲੇ ਇਸ ਸੰਬੰਧੀ ਸਰਕਾਰ ਦੇ ਵੱਲੋਂ ਸ਼ੁਰੂ ਤੋਂ ਡਰ ਵੀ ਪ੍ਰਗਟਾਇਆ ਜਾ ਰਿਹਾ ਸੀ, ਤਾਂ ਦੂਜੇ ਪਾਸੇ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੀਆਂ ਸੰਸਥਾਵਾਂ ਨੇ ਜੋ ਉਹ ਆਵਾਜ਼ ਚੁੱਕ ਰਹੀਆਂ ਸਨ ਕਿ ਜਿੰਨੇ ਜ਼ਿਆਦਾ ਕੈਦੀ ਹੋ ਸਕਦੇ ਨੇ ਉਹਨਾਂ ਨੂੰ ਬਾਹਰ ਛੱਡ ਦਿੱਤਾ ਜਾਵੇ। ਤਾਂ ਇਸ ਦੇ ਉੱਤੇ ਹੁਣ ਅੱਗੇ ਕੀ ਅਪਡੇਟ ਹੈ ਤੁਹਾਨੂੰ ਦਿਖਾਉਂਦੇ ਹਾਂ। ਕੋਵਿਡ-19 ਦੇ ਦੌਰਾਨ ਜੋ ਹਾਲਾਤ ਬਣੇ ਇਹਨਾਂ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਕਹਿ ਦਿੱਤਾ ਗਿਆ ਸੀ ਕਿ ਕੈਦੀਆਂ ਲਈ ਖਤਰਾ ਪੈਦਾ ਹੋ ਸਕਦਾ ਹੈ, ਪਰ ਇਸ ਦੌਰਾਨ ਕੈਨੇਡਾ ਸਰਕਾਰ ਵੱਲੋਂ ਅਹਿਮ ਕਦਮ ਨਾ ਚੁੱਕੇ ਜਾਣ ਦੀ ਗੱਲ ਕਹੀ ਗਈ ਹੈ। ਕੈਦੀਆਂ ਤੇ ਕਈ ਮਨੁੱਖੀ ਅਧਿਕਾਰਾਂ ਸੰਬੰਧੀ ਲੜਦੀਆਂ ਸੰਸਥਾਵਾਂ ਦੇ ਵੱਲੋਂ, ਜਿਨ੍ਹਾਂ ਨੇ ਅਦਾਲਤ ਵਿੱਚ ਸਰਕਾਰ ਨੂੰ ਚੁਣੌਤੀ ਵੀ ਦੇ ਦਿੱਤੀ ਹੈ। ਸੀਨ ਜੌਨਸਟਨ ਤੇ ਨਾਲ ਕਈ ਆਰਗੇਨਾਈਜੇਸ਼ਨਸ ਜਿਨ੍ਹਾਂ ਵਿੱਚ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਤੇ ਕੈਨੇਡੀਅਨ ਪ੍ਰਿਜ਼ਨ ਲਾਅ ਐਸੋਸੀਏਸ਼ਨ ਵੀ ਸ਼ਾਮਲ ਹੈ। ਇਹਨਾਂ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੇ ਉਹ ਬਣਦੇ ਕਦਮ ਕੈਦੀਆਂ ਦੀ ਸੁਰੱਖਿਆ ਲਈ ਨਹੀਂ ਚੁੱਕੇ ਜੋ ਚੁੱਕਣੇ ਚਾਹੀਦੇ ਸਨ, ਜਿਸ ਦਾ ਅੰਤ ਇਹ ਨਿਕਲਿਆ ਕਿ ਸੈਂਕੜੇ ਕੈਦੀਆਂ ਨੂੰ ਕਰੋਨਾ ਵਾਇਰਸ ਹੋ ਗਿਆ, ਜਿਸ ਸੰਬੰਧੀ ਉਹ ਸ਼ੁਰੂਆਤ ਤੋਂ ਕਹਿੰਦੇ ਆ ਰਹੇ ਨੇ ਕਿ ਜ਼ਿਆਦਾ ਗਿਣਤੀ ਦੇ ਵਿੱਚ ਕੈਦੀਆਂ ਨੂੰ ਛੱਡ ਦਿੱਤਾ ਜਾਵੇ ਤਾਂ ਕਿ ਉਹ ਜੇਲ੍ਹਾਂ ਤੋਂ ਬਾਹਰ ਖੁਦ ਨੂੰ ਸੁਰੱਖਿਅਤ ਰੱਖ ਸਕਣ। ਇੱਥੇ ਜ਼ਿਕਰਯੋਗ ਹੈ ਕਿ ਹੁਣ ਤੱਕ 200 ਫੈਡਰਲ ਕੈਦੀਆਂ ਨੂੰ ਕਰੋਨਾ ਵਾਇਰਸ ਹੋ ਚੁੱਕਿਆ, ਜਿਨ੍ਹਾਂ ਦੇ ਵਿੱਚੋਂ 2 ਕੈਦੀਆਂ ਦੀ ਕਰੋਨਾ ਵਾਇਰਸ ਦੇ ਕਰਕੇ ਮੌਤ ਵੀ ਹੋ ਚੁੱਕੀ ਹੈ। ਅਗਲੀ ਖਬਰ ਹੈ ਕਿਊਬੈਕ ਤੋਂ। ਕਿਊਬੈਕ ਵਿੱਚ ਜਿਵੇਂ ਕਿ ਸੋਮਵਾਰ ਤੋਂ ਸਕੂਲ ਖੁੱਲ੍ਹ ਗਏ, ਐਲੀਮੈਂਟਰੀ ਸਕੂਲ। ਹਜ਼ਾਰਾਂ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਵਿਦਿਆਰਥੀ ਉੱਥੇ ਜਾ ਵੀ ਰਹੇ ਨੇ ਤੇ ਉਹਨਾਂ ਨੂੰ ਵਿੱਥ ਬਣਾ ਕੇ ਰੱਖਣ ਲਈ ਵੀ ਕਿਹਾ ਜਾ ਰਿਹਾ ਹੈ, ਪਰ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਸਕੂਲ ਦੇ ਵਿਦਿਆਰਥੀ ਦੇ ਰਿਸ਼ਤੇਦਾਰ ਨੂੰ ਕੋਵਿਡ-19 ਵਾਇਰਸ ਤੋਂ ਮਰੀਜ਼ ਪਾਇਆ ਗਿਆ, ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਤੁਰੰਤ ਸਕੂਲ ਨੂੰ ਜਾਣਕਾਰੀ ਦਿੱਤੀ ਤਾਂ ਸਕੂਲ ਵਿੱਚੋਂ ਤੁਰੰਤ ਬੱਚੇ ਨੂੰ ਲਿਜਾਇਆ ਗਿਆ। ਇੱਥੇ ਮਾਪਿਆਂ ਦੇ ਦਰਮਿਆਨ ਕਾਫੀ ਜ਼ਿਆਦਾ ਕੋਵਿਡ-19 ਨੂੰ ਲੈ ਕੇ ਹੋਰ ਜ਼ਿਆਦਾ ਡਰ ਪੈਦਾ ਹੋ ਗਿਆ। ਕਿਊਬੈਕ ਵਿੱਚ ਸਕੂਲਾਂ ਨੂੰ ਜਿਵੇਂ ਕਿ ਖੋਲ੍ਹ ਦਿੱਤਾ ਗਿਆ ਹੈ। ਕੋਵਿਡ-19 ਸੰਬੰਧੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਖੋਲ੍ਹੇ ਗਏ ਨੇ ਤੇ ਵਿਦਿਆਰਥੀ ਸਕੂਲਾਂ ਜਾ ਰਹੇ ਨੇ, ਪਰ ਇਸੇ ਦੌਰਾਨ ਜਦੋਂ ਸੋਮਵਾਰ ਦੇ ਦਿਨ ਸਕੂਲ ਖੋਲ੍ਹੇ ਗਏ ਤਾਂ ਡਰਾਈਵਰ ਸਕੂਲ ਬੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵਿਦਿਆਰਥੀ ਦੇ ਇੱਕ ਰਿਸ਼ਤੇਦਾਰ ਨੂੰ ਕੋਵਿਡ-19 ਤੋਂ ਪੋਜ਼ੀਟਿਵ ਪਾਇਆ ਗਿਆ, ਜਿਸ ਸੰਬੰਧੀ ਉਸ ਵਿਦਿਆਰਥੀ ਦੇ ਮਾਪਿਆਂ ਨੇ ਜਦੋਂ ਸਕੂਲ ਨੂੰ ਜਾਣਕਾਰੀ ਦਿੱਤੀ ਤਾਂ ਤੁਰੰਤ ਸੋਮਵਾਰ ਦੇ ਦਿਨ ਸਵੇਰੇ 11 ਵਜੇ ਦੇ ਕਰੀਬ ਹੀ ਉਸ ਵਿਦਿਆਰਥੀ ਨੂੰ ਸਕੂਲ ਦੇ ਵਿੱਚੋਂ ਬਾਹਰ ਲਿਜਾਇਆ ਗਿਆ। ਪਰ ਇਸ ਦੌਰਾਨ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਜਿਸ ਵਿਅਕਤੀ ਨੂੰ, ਜੋ ਕਿ ਉਸ ਵਿਦਿਆਰਥੀ ਦਾ ਰਿਸ਼ਤੇਦਾਰ ਸੀ, ਕੋਵਿਡ-19 ਤੋਂ
ਪੀੜਤ ਪਾਇਆ ਗਿਆ ਹੈ ਉਹ ਉਸਦੇ ਘਰ ਵਿੱਚ ਰਹਿੰਦਾ ਸੀ ਜਾਂ ਨਹੀਂ। ਪਰ ਇੱਥੇ ਇਸ ਦੇ ਨਾਲ ਹੀ ਮਾਪਿਆਂ ਦੇ ਦਰਮਿਆਨ ਡਰ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦੇ ਵੱਲੋਂ ਇੱਥੇ ਮੰਗ ਵੀ ਕੀਤੀ ਜਾ ਰਹੀ ਹੈ ਕਿ ਹਜੇ ਸਕੂਲਾਂ ਨੂੰ ਖੋਲ੍ਹਣਾ ਬੱਚਿਆਂ ਦੇ ਲਈ ਸੁਰੱਖਿਅਤ ਨਹੀਂ ਹੈ। ਪਰ ਫਿਰ ਵੀ ਐਲੀਮੈਂਟਰੀ ਸਕੂਲ ਵੱਡੀ ਗਿਣਤੀ ਦੇ ਵਿੱਚ ਉੱਥੇ ਖੋਲ੍ਹ ਦਿੱਤੇ ਗਏ ਨੇ ਤੇ ਕਈ ਸੰਸਥਾਵਾਂ ਬੇਸ਼ੱਕ ਮੰਗ ਕਰ ਰਹੀਆਂ ਨੇ ਕਿ ਸਕੂਲਾਂ ਨੂੰ ਨਾ ਖੋਲ੍ਹਿਆ ਜਾਵੇ, ਕਿਉਂਕਿ ਘਰ ਵਿੱਚ ਜੇਕਰ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਕਿਸੇ ਬੱਚੇ ਦੇ ਕਰਕੇ ਸਕੂਲ 'ਚ ਕਰੋਨਾ ਵਾਇਰਸ ਫੈਲਣ ਦਾ ਖਤਰਾ ਵੀ ਬਣ ਸਕਦਾ ਹੈ। ਪਰ ਦੂਜੇ ਪਾਸੇ ਸਕੂਲਾਂ ਵਿੱਚ ਵੱਖੋ ਵੱਖਰੀਆਂ ਹਦਾਇਤਾਂ ਦੇ ਤਹਿਤ ਹੀ ਵਿਦਿਆਰਥੀਆਂ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਸਕੂਲਾਂ ਦੇ ਵਿੱਚ ਵੀ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਹੀ ਰੱਖਿਆ ਜਾ ਰਿਹਾ ਹੈ। ਸਕੂਲਾਂ ਦੇ ਵਿੱਚ ਕੋਵਿਡ-19 ਤੋਂ ਸੁਰੱਖਿਆ ਵਾਸਤੇ ਵੱਖੋ ਵੱਖਰੇ ਸਖਤ ਕਦਮ ਚੁੱਕੇ ਜਾ ਰਹੇ ਨੇ ਤੇ ਸਕੂਲਾਂ ਦੇ ਵਿੱਚ ਪਹਿਲਾਂ ਵਰਗਾ ਮਾਹੌਲ ਤਾਂ ਨਹੀਂ ਰਿਹਾ, ਪਰ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਲੰਮੇ ਚਿਰ ਤੱਕ ਕੁਝ ਇਸੇ ਤਰ੍ਹਾਂ ਕੀਤਾ ਜਾਵੇਗਾ ਜਦੋਂ ਤੱਕ ਕੋਵਿਡ-19 ਸੰਬੰਧੀ ਕੋਈ ਹੱਲ ਨਿਕਲ ਨਹੀਂ ਜਾਂਦਾ। ਇਸ ਦੇ ਨਾਲ ਹੀ ਅਗਲੀ ਜਾਣਕਾਰੀ ਉਹਨਾਂ ਵਾਸਤੇ ਹੈ ਜੋ ਜਾਂ ਵਰਕ ਪਰਮਿਟ ਦੇ ਉੱਤੇ ਜਾਂ ਇੰਟਰਨੈਸ਼ਨਲ ਸਟੂਡੈਂਟ ਵੀ ਜੋ ਕੰਮ ਕਰਦੇ ਨੇ ਤੇ ਇਸ ਦੇ ਨਾਲ ਹੀ ਹੋਰ ਜਿਹੜੇ ਵਿਅਕਤੀ PR ਵੀ ਨੇ ਉਹ ਜਨਵਰੀ ਵਿੱਚ ਜਾਂ ਦਸੰਬਰ ਵਿੱਚ ਕੈਨੇਡਾ ਆਏ ਤੇ ਉੱਥੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦਾ ਹੁਣ ਤੱਕ ਜੇ $5,000 ਤੱਕ ਉਹਨਾਂ ਨੇ ਕਮਾਈ ਕਰ ਵੀ ਲਈ ਹੈ ਤਾਂ ਉਹਨਾਂ ਨੂੰ ਇਹ ਭੁਲੇਖਾ ਹੈ ਕਿ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਟੈਕਸ ਫਾਈਲ ਨਹੀਂ ਕੀਤਾ ਤਾਂ ਕੀ ਉਹ CERB ਵਾਸਤੇ ਯੋਗਤਾ ਰੱਖਦੇ ਨੇ। ਤਾਂ ਇੱਥੇ MP ਰਣਦੀਪ ਸਰਾਏ ਵੱਲੋਂ TV ਪੰਜਾਬ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਕਿਤੇੋਂ ਵੀ ਕੰਮ ਕਰਕੇ ਪੈਸੇ ਲੈਂਦੇ ਹੋ ਤਾਂ ਉਸ ਵਕਤ ਤੁਹਾਡੀ ਤਨਖਾਹ ਦੇ ਵਿੱਚੋਂ ਜਿਹੜਾ ਟੈਕਸ ਕੱਟਿਆ ਜਾਂਦਾ ਹੈ ਉਹ ਸਰਕਾਰ ਕੋਲ ਹੀ ਜਾਂਦਾ ਹੈ। ਤਾਂ ਫਿਰ ਜਦੋਂ ਤੁਹਾਡੇ ਕੋਲ ਉੱਥੇ ਸਵਾਲ ਆਉਂਦਾ CERB ਵਾਸਤੇ ਅਪਲਾਈ ਕਰਨ ਲਈ ਕਿ ਤੁਸੀਂ ਟੈਕਸ ਭਰਿਆ ਤਾਂ ਤੁਸੀਂ ਉੱਥੇ ਹਾਂ ਲਿਖ ਸਕਦੇ ਹੋ ਤੇ ਤੁਹਾਨੂੰ ਯੋਗ ਇਸ ਦੇ ਲਈ ਮੰਨਿਆ ਜਾਵੇਗਾ ਤੇ CERB ਦੀ ਮਦਦ ਉਹਨਾਂ ਨੂੰ ਮਿਲ ਜਾਵੇਗੀ। ਤਾਂ ਇੱਥੇ ਅਹਿਮ ਇਹੋ ਹੈ ਕਿ ਤੁਸੀਂ ਚਾਹੇ ਜਨਵਰੀ 'ਚ ਆਇਓ ਚਾਹੇ ਫੈਬਰਵਰੀ 'ਚ ਆਇਓ ਤਾਂ ਤੁਸੀਂ $5,000 ਤੱਕ ਦੀ ਕਮਾਈ ਹੁਣ ਤੱਕ ਕੀਤੀ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਕੈਨੇਡਾ ਸਰਕਾਰ ਤੋਂ ਐਮਰਜੈਂਸੀ ਮਦਦ ਹੈ ਜੋ ਮਿਲ ਰਹੀ ਉਹ ਲੈ ਸਕਦੇ ਹੋ। ਹਾਂਜੀ ਐਲੀਜੀਬਲ ਹੈਗੇ ਆ। ਉਹਨਾਂ ਨੇ ਇਵੈਂਚੁਅਲੀ ਜਦੋਂ ਟੈਕਸ ਬਣ ਕੇ ਉਹਨਾਂ ਕੋਲ ਇਨਕਮ ਸ਼ੋ ਹੋਵੇ, ਜੇ ਉਹਨਾਂ ਦੀ ਪੇਰੋਲ ਆਈ ਆ ਤਾਂ ਆਟੋਮੈਟਿਕਲੀ ਪੇਰੋਲ ਦੀ ਜਿਹੜੀ ਡਿਡਕਸ਼ਨ ਆ ਉਹ ਸਿੱਧੀ ਸਰਕਾਰ ਨੂੰ ਜਾਂਦੀ। ਸੋ ਉਹਨੂੰ ਪ੍ਰੂਵ ਕਰਨ ਦੀ ਕੋਈ ਬੜੀ ਮੁਸ਼ਕਲ ਨਹੀਂ ਆਉਣੀ ਕਿਉਂਕਿ ਆਲਰੇਡੀ ਉਹ 5,000 ਦੀ ਜਿਹੜੀ ਪੇਰੋਲ ਦੀ ਇਨਫੋਰਮੇਸ਼ਨ ਆਲਰੇਡੀ ਗਵਰਨਮੈਂਟ ਨੂੰ ਗਈ ਆ। ਤੇ ਜਿਹੜੇ ਨਹੀਂ ਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਕਿ ਆਪਣਾ ਟੈਕਸ ਫਾਈਲ ਕਰ ਲਓ। ਜਦੋਂ ਟੈਕਸ ਤੇ ਫਾਈਲ ਹੋ ਗਿਆ ਤਾਂ ਵੀ ਠੀਕ ਆ। ਉਹਨੇ ਇਹ ਵੀ ਕਿਹਾ ਕਿ ਇਸ ਵੇਲੇ ਕੰਪਲਾਇੰਸ ਤਾਂ ਆਡਿਟਿੰਗ ਨਹੀਂ ਕਰਨੀ, ਉਹ ਬਾਅਦ ਦੇ ਵਿੱਚ ਕੀਤੀ ਜਾਊਗੀ। ਜੀ, ਯਾਨੀ ਕਿ ਜਿਹੜੇ ਜਨਵਰੀ ਵਿੱਚ ਵੀ ਆਏ ਨੇ ਜਾਂ ਫਿਰ ਫੈਬਰਵਰੀ ਤੋਂ ਬਾਅਦ ਵੀ ਉਹਨਾਂ ਨੇ $5,000 ਤੱਕ ਦੀ ਇਨਕਮ ਹੋ ਗਈ ਹੈ ਤਾਂ ਉਹਨਾਂ ਨੂੰ ਵੀ ਮਦਦ ਮਿਲੇਗੀ ਪੂਰੇ ਦੇ ਉੱਤੇ। ਹਾਂਜੀ ਉਹਨਾਂ ਨੂੰ ਪੂਰੀ ਮਿਲੂਗੀ ਜੀ। ਤੇ ਐਂਡ ਵਿੱਚ 2019 ਦਾ ਸਾਲ ਦੇ ਵਿੱਚ ਇਨਕਮ ਹੋਈ ਹੋਵੇ ਜਾਂ ਪਿਛਲੇ 12 ਮਹੀਨਿਆਂ ਦੇ ਵਿੱਚ, ਚਾਹੇ ਉਹ ਮਾਰਚ ਦੇ ਵਿੱਚ ਹੀ ਹੋਈ, ਫਰਵਰੀ 'ਚ ਹੋਈ, ਜਨਵਰੀ 'ਚ ਹੋਈ, ਉਹ ਪਿਛਲੇ 12 ਮੰਥ ਜਾਂ ਜਿਹੜਾ ਕੈਲੰਡਰ ਈਅਰ 2019 ਇਹਦੇ 'ਚੋਂ ਜਿਹੜੇ ਮਰਜ਼ੀ ਦੇ ਵਿੱਚ 5,000 ਬਣਾਇਆ ਹੋਵੇ। ਅਗਲੀ ਖਬਰ ਹੈ ਕਿ ਕੈਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਮਦਦ ਦੇਣ ਦੇ ਵਾਸਤੇ ਐਲਾਨ ਕੀਤਾ ਗਿਆ ਹੈ। $500 ਤੱਕ ਦੀ ਮਦਦ ਮਿਲੇਗੀ। ਕਿਵੇਂ ਤੇ ਕਿਸ ਨੂੰ ਇਹ ਮਦਦ ਮਿਲੇਗੀ ਉਹ ਤੁਹਾਨੂੰ ਦਿਖਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਬਜ਼ੁਰਗਾਂ ਦੀ ਮਦਦ ਦੇ ਵਾਸਤੇ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ $500 ਮਦਦ ਦੇ ਵਿੱਚ ਮਿਲਣਗੇ, ਜੋ ਕਿ ਕੋਵਿਡ-19 ਦੇ ਕਰਕੇ ਜਿਉਣ ਲਈ ਜੋ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਮਾਨ ਵਰਤਿਆ ਜਾਂਦਾ ਉਹ ਮਹਿੰਗਾ ਹੋ ਗਿਆ ਹੈ। ਉਸ ਦੇ ਵਾਸਤੇ ਮਦਦ ਦੇਣ ਦੇ ਲਈ ਬਜ਼ੁਰਗਾਂ ਨੂੰ ਇਹ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵਾਅਦਾ ਵੀ ਕੀਤਾ ਕਿ ਲੰਮੇ ਚਿਰ ਦੇ ਲਈ ਅਜਿਹੇ ਪਲਾਨ ਬਣਾਏ ਜਾਣਗੇ ਕਿ ਭਵਿੱਖ ਵਿੱਚ ਜੇਕਰ ਕਦੀ ਕੋਈ ਅਜਿਹੇ ਹਾਲਾਤ ਬਣਦੇ ਵੀ ਨੇ ਤਾਂ ਹਰ ਤਰ੍ਹਾਂ ਨਾਲ ਸਰਕਾਰ ਤੇ ਨਾਲ ਹੀ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਅਜਿਹੇ ਹਾਲਾਤ ਨਾਲ ਨਜਿੱਠਣ ਵਾਸਤੇ ਤਿਆਰ ਰਹਿਣ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਬਜ਼ੁਰਗ ਓਲਡ ਏਜ ਸਿਕਿਉਰਿਟੀ ਯਾਨੀ ਕਿ OAS ਵਾਸਤੇ ਯੋਗਤਾ ਰੱਖਦੇ ਨੇ ਉਹਨਾਂ ਨੂੰ $300 ਦੀ ਮਦਦ ਮਿਲੇਗੀ ਤੇ ਜਿਹੜੇ ਬਜ਼ੁਰਗ ਗਰੰਟਿਡ ਇਨਕਮ ਸਪਲੀਮੈਂਟ ਯਾਨੀ ਕਿ GIS ਵਾਸਤੇ ਯੋਗਤਾ ਰੱਖਦੇ ਨੇ ਉਹਨਾਂ ਨੂੰ ਇਸ ਦੇ ਨਾਲ ਹੀ $200 ਹੋਰ ਮਦਦ ਮਿਲੇਗੀ ਤੇ ਜਿਹੜੇ ਬਜ਼ੁਰਗ OAS ਤੇ GIS ਦੋਨਾਂ ਦੇ ਵਾਸਤੇ ਯੋਗਤਾ ਰੱਖਦੇ ਨੇ ਉਹਨਾਂ ਨੂੰ ਕੁੱਲ $500 ਮਿਲ ਜਾਵੇਗਾ। ਇੱਥੇ ਵੀ ਜ਼ਿਕਰਯੋਗ ਹੈ ਕਿ ਜਿਹੜਾ ਇਹ $500 ਮਿਲਣਾ ਹੈ ਉਹ ਟੈਕਸ ਤੋਂ ਮੁਕਤ ਹੈ, ਇਸ ਦੇ ਉੱਤੇ ਕੋਈ ਵੀ ਟੈਕਸ ਨਹੀਂ ਲੱਗਣਾ। ਇਸ ਦੌਰਾਨ ਜੋ ਇਹ ਮਦਦ ਐਲਾਨੀ ਗਈ ਹੈ $2.5 ਬਿਲੀਅਨ ਦੀ ਵਿੱਤੀ ਮਦਦ ਇਹ ਕੈਨੇਡਾ ਭਰ ਦੇ ਵਿੱਚ 6.7 ਮਿਲੀਅਨ ਬਜ਼ੁਰਗਾਂ ਦੇ ਵਾਸਤੇ ਐਲਾਨੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਬਜ਼ੁਰਗਾਂ ਨੂੰ ਪਹਿਲਾਂ ਤੋਂ OAS ਤੇ GIS ਮਿਲਦਾ ਹੈ ਉਹਨਾਂ ਨੂੰ ਕਿਤੇ ਜਾ ਕੇ ਇਸ ਦੇ ਵਾਸਤੇ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ, ਉਹਨਾਂ ਦੇ ਅਕਾਊਂਟ ਵਿੱਚ ਆਪਣੇ ਆਪ ਇਹ $500 ਦੀ ਮਦਦ ਪਹੁੰਚ ਜਾਵੇਗੀ। Today,
Our government is announcing new measures to support seniors during this pandemic. First, if you're receiving old age security, you will get an additional $300 to offset some of the extra costs you've had to cover because of the virus. This means that across the country, almost 7 million seniors will get help that they need. And to better support the most vulnerable seniors, we will also give an extra $200 to people who are eligible for the Guaranteed Income Supplement. So if you're receiving both OAS and GIS, you will get an additional $500 in total to help you. ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਸਮਾਰਟਫੋਨ ਵੰਡੇ ਜਾ ਰਹੇ ਨੇ ਲੋੜਵੰਦਾਂ ਦੇ ਵਾਸਤੇ ਤੇ ਖਾਸ ਤੌਰ ਦੇ ਉੱਤੇ ਬੇਘਰਾਂ ਦੇ ਲਈ। ਤੁਹਾਨੂੰ ਦਿਖਾਉਂਦੇ ਹਾਂ ਜਾਣਕਾਰੀ ਕਿ ਆਖਿਰ ਕਿੰਨੇ ਫੋਨ ਤੇ ਕਿਹਨਾਂ ਨੂੰ ਦਿੱਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਲੋੜਵੰਦ ਤੇ ਬੇਘਰ ਲੋਕਾਂ ਨੂੰ ਸਮਾਰਟਫੋਨ ਵੰਡੇ ਜਾ ਰਹੇ ਨੇ ਤਾਂ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੀ ਹਦਾਇਤ ਨੂੰ ਮੰਨਦੇ ਹੋਏ ਸੰਪਰਕ ਦੇ ਵਿੱਚ ਰਹਿਣ। ਜਿਸ ਸੰਬੰਧੀ ਪੋਵਰਟੀ ਰਿਡਕਸ਼ਨ ਮਿਨਿਸਟਰ ਸ਼ੇਨ ਸਿੰਪਸਨ ਨੇ ਜਾਣਕਾਰੀ ਦਿੱਤੀ ਹੈ ਕਿ 3500 ਸਮਾਰਟਫੋਨ ਲੋੜਵੰਦ ਵਿਅਕਤੀਆਂ ਦੇ ਵਾਸਤੇ ਵੰਡੇ ਜਾ ਰਹੇ ਨੇ ਤਾਂ ਕਿ ਸਰਕਾਰ ਦੇ ਵੱਲੋਂ ਵੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉਹ ਜਾਣ ਸਕਣ ਫੋਨ ਦੇ ਰਾਹੀਂ। ਇਸ ਦੇ ਨਾਲ ਹੀ ਉਹ ਹੋਰ ਲੋਕਾਂ ਦੇ ਨਾਲ ਸੰਪਰਕ ਵਿੱਚ ਰਹਿ ਸਕਣ ਜਦੋਂ ਉਹਨਾਂ ਨੂੰ ਹੋਰ ਸਹੂਲਤਾਂ ਦੀ ਵੀ ਲੋੜ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ 1000 ਸਮਾਰਟਫੋਨ ਪਹਿਲਾਂ ਹੀ ਵੰਡੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ 200 ਉਹਨਾਂ ਨੂੰ ਦਿੱਤੇ ਗਏ ਨੇ ਜਿਹੜੇ ਬੇਘਰ ਲੋਕਾਂ ਨੂੰ ਵਿਕਟੋਰੀਆ ਤੇ ਵੈਨਕੂਵਰ ਦੇ ਵਿੱਚ ਹੋਟਲਸ ਦੇ ਵਿੱਚ ਰੱਖਿਆ ਗਿਆ ਹੈ। ਜਦੋਂ ਤੱਕ ਕੋਵਿਡ-19 ਦਾ ਕਹਿਰ ਖਤਮ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਨੂੰ ਹੋਟਲਸ ਦੇ ਵਿੱਚ ਰੱਖਣ ਦੀ ਕਵਾਇਦ ਹੈ। ਇਸ ਦੇ ਨਾਲ ਹੀ ਮਿਨਿਸਟਰ ਨੇ ਜਾਣਕਾਰੀ ਦਿੱਤੀ ਹੈ ਕਿ ਭਾਈਚਾਰੇ ਵਿੱਚ ਜਿਹੜੀਆਂ ਸੰਸਥਾਵਾਂ ਦੇ ਵੱਲੋਂ ਇਸ ਸਮੇਂ ਲੋੜਵੰਦਾਂ ਦੀ ਮਦਦ ਵਾਸਤੇ ਹੋਰ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਵੀ ਜਿਹੜੇ ਜ਼ਿਆਦਾ ਲੋੜਵੰਦ ਨੇ ਤੇ ਬੇਘਰ ਨੇ ਉਹਨਾਂ ਨੂੰ ਉਹ ਫੋਨ ਵੰਡ ਦੇਣ। ਜਿਹੜੇ ਸਮਾਰਟਫੋਨ ਵੰਡੇ ਜਾ ਰਹੇ ਨੇ ਉਹਨਾਂ ਦੇ ਵਿੱਚ ਸਹੂਲਤ ਹੈ ਕਿ ਉਹ ਵਾਈਫਾਈ ਨਾਲ ਜੁੜ ਜਾਂਦੇ ਨੇ ਜਿਸ ਵਿੱਚ $10 ਦਾ ਡਾਟਾ ਕਾਰਡ ਵੀ ਪਹਿਲਾਂ ਤੋਂ ਲੋਡ ਕੀਤਾ ਹੋਇਆ ਹੈ ਤਾਂ ਕਿ ਉਹ ਇੰਟਰਨੈਟ ਦੀ ਵਰਤੋਂ ਵੀ ਕਰ ਸਕਣ ਜਿੱਥੇ ਵਾਈਫਾਈ ਨਾ ਹੋਵੇ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।